Good morning, students. Once again, welcome to my YouTube channel. I am Surendra Kumar. Welcome in this session, which has been related to the infrastructure of the India economy part second of social study class 10th. In this session, we are discussing about their short question answers related to this part. Before starting my session, I will told you my all viewers, please subscribe my channels and press bell icon to receive their updation regarding to my new videos. And in this YouTube channel I am complete the syllabus 6th to 10th class of the whole syllabus, and +1 +2 commerce syllabus has been completed in this YouTube channel. So you all we are catch up and attach with my this YouTube channel. Now I will start from this session. The first short question is, what do you mean by the infrastructure, why it is required? ਵੀ infrastructure ਕੀ ਹੁੰਦਾ ਵਾ ਤੇ ਕਿਉਂ ਜ਼ਰੂਰੀ ਹੁੰਦਾ ਵਾ? ਪਹਿਲੀ ਗੱਲ ਹੈ, ਇਨਫਰਾਸਟਰਕਚਰ ਦਾ ਮਤਲਬ ਕੀ ਹੁੰਦਾ? ਜਿਹੜੇ ਸਾਡੇ ਰੋਡ, ਡੈਮ, ਬ੍ਰਿਜਸ, ਇਹਨਾਂ ਦੀ ਜ਼ਰੂਰਤ ਕਿਉਂ ਆ, ਜਾਂ ਇਹਦਾ ਮਤਲਬ ਕੀ ਆ ਤੇ ਇਹਦੀ ਕਿਉਂ ਜ਼ਰੂਰਤ ਪੈਂਦੀ ਆ, ਇਹਦੇ ਬਾਰੇ ਤੁਸੀਂ ਦੱਸਣਾ ਵਾ। ਦੇਖੋ ਆਨਸਰ ਕੀ ਆ, ਦੀ ਇਨਫਰਾਸਟਰਕਚਰ ਇਜ਼ ਦੈਟ ਪਾਰਟ ਆਫ ਟੂ ਦੀ ਕੈਪੀਟਲ ਸਟਾਕ ਆਫ ਦੀ ਇਕੋਨਮੀ ਵਿਚ ਇਜ਼ ਨੈਸੈਸਰੀ ਫਰੋਮ ਟੂ ਦੀ ਵਿਊ ਪੁਆਇੰਟ ਆਫ ਦੀ ਪ੍ਰੋਵਾਈਡਿੰਗ ਵੇਰੀਅਸ ਕਾਈਂਡਸ ਆਫ ਸਰਵਿਸਿਜ਼। ਇਨਫਰਾਸਟਰਕਚਰ ਕੀ ਹੁੰਦਾ? ਸਾਡਾ ਅਜਿਹਾ ਕੈਪੀਟਲ ਦਾ ਸਟਾਕ ਹੁੰਦਾ ਇਕੋਨਮੀ ਦੇ ਵਿੱਚ, ਜਿਹਦੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੇਕਰ ਅਸੀਂ ਕੋਈ ਸਰਵਿਸ ਪ੍ਰੋਵਾਈਡ ਕਰਨੀ ਆ। ਇਨ ਦੀ ਅਦਰ ਵਰਡਸ, ਦੀ ਇਨਫਰਾਸਟਰਕਚਰ ਮੀਨਸ ਦੋਜ਼ ਐਕਟੀਵਿਟੀਜ਼, ਫੈਸਿਲਿਟੀਜ਼ ਐਂਡ services which are to be helped in the operation and development of the sectors. For examples, road, railway, buses, offering to the transport service, canals and dams, facilitating to the immigrations, etc. ਤਾਂ ਹੁਣ ਦੱਸਿਆ ਗਿਆ ਵੀ ਜਿਹੜੀਆਂ ਇਨਫਰਾਸਟਰਕਚਰ ਸਰਵਿਸਿਜ਼ ਕਿਹੜੀਆਂ ਹੁੰਦੀਆਂ ਨੇ, ਉਹ ਚੀਜ਼ਾਂ ਜਿਹੜੀਆਂ ਸਾਨੂੰ ਸਰਵਿਸਿਜ਼ ਦੇਣ ਦੇ ਵਿੱਚ ਜਾਂ ਉਹਦੀਆਂ ਹੈਲਪ ਕਰਨ ਦੇ ਵਿੱਚ ਜਾਂ ਉਹ ਸੈਕਟਰ ਨੂੰ ਵਿਕਸਿਤ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ। ਜਿਵੇਂ ਰੋਡ, ਰੇਲਵੇਜ਼, ਬੱਸਿਸ, ਇਹ ਸਾਨੂੰ ਟਰਾਂਸਪੋਰਟ ਦੀਆਂ ਫੈਸਿਲਿਟੀ ਪ੍ਰੋਵਾਈਡ ਕਰਦੇ ਨੇ, ਜਿਹਦੇ ਨਾਲ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਜਾ ਸਕਦੇ ਹਾਂ। ਕੈਨਲ ਤੇ ਡੈਮ ਦੇ ਉੱਤੇ ਅਸੀਂ ਕੀ ਆ, ਡੈਮ ਬਣਾ ਦਿੰਦੇ ਹਾਂ, ਤਾਂ ਇਹਦੇ ਨਾਲ ਕੀ ਹੁੰਦਾ, ਸਾਨੂੰ ਸਿੰਜਾਈ ਦੇ ਲਈ ਸੌਖਾ ਹੋ ਜਾਂਦਾ ਵਾ, ਤਾਂ ਇਹ ਜ਼ਰੂਰੀ ਨੇ। ਨੈਕਸਟ ਹੈਗਾ, ਇਟ ਇਜ਼ ਰਿਕੁਆਇਰਡ ਟੂ ਦੀ development of their countries. The infrastructure like electricity, transport and communications are important for the development of the every countries। ਕਹਿੰਦੇ ਵੀ ਜਿਹੜੇ ਡਿਵੈਲਪਮੈਂਟ ਆ ਉਹ ਸਾਰੇ ਕੰਟਰੀਆਂ ਲਈ ਜ਼ਰੂਰੀ ਆ। ਤਾਂ ਇਨਫਰਾਸਟਰਕਚਰ ਸਾਨੂੰ ਕੀ ਆ, ਬਿਜਲੀ ਪ੍ਰੋਵਾਈਡ ਕਰਦਾ, ਟਰਾਂਸਪੋਰਟ ਪ੍ਰੋਵਾਈਡ ਕਰਦਾ ਤੇ ਸਾਨੂੰ ਕਮਿਊਨੀਕੇਸ਼ਨ ਰਿਸੋਰਸ ਪ੍ਰੋਵਾਈਡ ਕਰਦਾ, ਜਿਹੜੇ ਕਿ ਸਾਡੀ ਇਕੋਨਮੀ ਨੂੰ ਡਿਵੈਲਪ ਕਰਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ। ਨੈਕਸਟ ਹੈਗਾ ਇਹਦੇ ਵਿੱਚ ਹੀ ਆ, ਲੈਕ ਆਫ ਦੀ ਇਨਫਰਾਸਟਰਕਚਰ ਫੈਸਿਲਿਟੀ ਵਿਲ ਕ੍ਰੀਏਟਸ ਦੀ ਹਡਲਸ ਇਨ ਦੀ ਡਿਵੈਲਪਮੈਂਟ ਆਫ ਦੀ ਇੰਡਸਟਰੀ, ਐਗਰੀਕਲਚਰ ਸੈਕਟਰ ਐਜ਼ ਵੈਲ ਐਜ਼ ਦੀ ਰਿਜ਼ਲਟ ਆਫ ਦੀ ਰੇਟ ਆਫ ਦੀ growth will comes down. Therefore, in the every developed countries, there is the need of to the availability of the infrastructure in the sufficient quantity, which will be helping in ਐਕਸੀਲੇਸ਼ਨ ਆਫ ਦੇਅਰ ਡਿਵੈਲਪਮੈਂਟ। ਵੀ ਜੇਕਰ ਸਾਡੇ ਕੋਲ ਇਨਫਰਾਸਟਰਕਚਰ ਸਹੀ ਢੰਗ ਦੇ ਨਾਲ ਨਹੀਂ ਹੋਊਗਾ ਤਾਂ ਇਹ ਸਾਡੇ ਇੰਡਸਟਰੀ ਦੇ ਵਿਕਾਸ ਦੇ ਲਈ ਜਾਂ ਐਗਰੀਕਲਚਰ ਦੇ ਵਿਕਾਸ ਦੇ ਲਈ ਬਹੁਤ ਵੱਡਾ ਰੁਕਾਵਟ ਪੈਦਾ ਕਰਦੀਆਂ ਨੇ। ਤਾਂ ਜਿਹੜੀਆਂ ਅੰਡਰ ਡਿਵੈਲਪਡ ਇਕੋਨਮੀ ਹੈ, ਜਿਹੜੀਆਂ ਕਿ ਪ੍ਰੋਪਰ ਵਿਕਸਿਤ ਨਹੀਂ ਹੋ ਪਾ ਰਹੀਆਂ, ਜਿਵੇਂ ਪਾਕਿਸਤਾਨ, ਨੇਪਾਲ, ਭੂਟਾਨ, ਇਹੋ ਜਿਹੀਆਂ ਨੇ, ਤਾਂ ਇਹਨਾਂ ਵਿੱਚ ਇਨਫਰਾਸਟਰਕਚਰ ਦੀ ਕਮੀ ਹੋਣ ਕਰਕੇ ਚੀਜ਼ਾਂ ਦੀ ਪ੍ਰੋਬਲਮ ਆ ਰਹੀ ਹੈ, ਤਾਂ ਕਰਕੇ ਉਹ ਡਿਵੈਲਪਮੈਂਟ ਨੂੰ ਪ੍ਰੋਪਰ ਡਿਵੈਲਪ ਨਹੀਂ ਕਰ ਪਾ ਰਹੇ। ਤਾਂ ਇਨਫਰਾਸਟਰਕਚਰ ਇਜ਼ ਰਿਕੁਆਇਰਡ ਟੂ ਇਨਕਰੀਜ਼ ਦੀ ਪ੍ਰੋਡਕਸ਼ਨ ਐਂਡ ਡਿਕਰੀਜ਼ ਦੀ ਕਾਸਟ। ਵੀ ਜੇਕਰ ਇਨਫਰਾਸਟਰਕਚਰ ਵਧੀਆ ਹੋਊਗਾ ਤਾਂ ਉਹਦੇ ਨਾਲ ਸਾਡਾ ਕੀ ਆ, ਸਾਡੀ ਜਿਹੜੀ ਉਪਜਾਊ ਆ ਜਾਂ ਪ੍ਰੋਡਕਸ਼ਨ ਆ ਉਹ ਵੱਧ ਜਾਏਗੀ ਤੇ ਸਾਡਾ ਜਿਹੜਾ ਖਰਚਾ ਹੋਏਗਾ ਉਹਨੂੰ ਘਟ ਜਾਏਗਾ, ਤਾਂ ਇਹਦੇ ਨਾਲ ਸਾਡੀ ਇਕੋਨਮੀ ਹੋਰ ਵੀ ਗਰੋਥ ਕਰੇਗੀ। ਸੈਕੰਡ ਕੁਐਸਚਨ ਆ, ਵਟ ਆਰ ਦੀ ਕਾਈਂਡਸ ਆਫ ਟੂ ਦੀ ਇਨਫਰਾਸਟਰਕਚਰ ਇਨ ਇੰਡੀਆ। ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਸਾਨੂੰ ਬੁਨਿਆਦੀ ਢਾਂਚੇ ਮਿਲਦੇ ਆ ਉਹ ਕਿਹੜੇ ਨੇ? that the part of the capital stock of the economy which provides the direct service to the system of the production and distribution is called to the economic infrastructure of the economy। ਜਿਹੜਾ ਇਨਫਰਾਸਟਰਕਚਰ ਉਹ ਕੀ ਹੁੰਦਾ ਵਾ, ਜਿਹੜਾ ਕਿ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੈਪੀਟਲ ਸਟਾਕ ਪ੍ਰੋਵਾਈਡ ਕਰਦੀ ਹੈ, ਚਾਹੇ ਉਹ ਡਾਇਰੈਕਟ ਸਰਵਿਸ ਦੇ ਕੇ ਪ੍ਰੋਡਕਸ਼ਨ ਦੇ ਦੁਆਰਾ ਜਾਂ ਉਹਨੂੰ ਡਿਸਟਰੀਬਿਊਸ਼ਨ ਕਰਨ ਦੇ ਵਿੱਚ ਹੈਲਪ ਕਰਦੀ ਆ, ਤਾਂ ਉਹਨੂੰ ਅਸੀਂ ਇਨਫਰਾਸਟਰਕਚਰ ਡਿਵੈਲਪਮੈਂਟ ਕਹਿੰਦੇ ਆ। ਦੀ ਮੇਨ ਕਨਸਟੀਟਿਊਐਂਟ ਆਫ ਦੀ ਇਕਨੋਮਿਕ ਇਨਫਰਾਸਟਰਕਚਰ ਇਨ ਇੰਡੀਆ ਆਰ ਦੀ ਫੋਲੋਜ਼। ਵੀ ਉਹ ਥੱਲੇ ਦਿੱਤੀਆਂ ਗਈਆਂ ਨੇ, ਜਿਵੇਂ ਹੈਗਾ ਟਰਾਂਸਪੋਰਟ ਐਂਡ ਕਮਿਊਨੀਕੇਸ਼ਨ, ਇਲੈਕਟ੍ਰੀਕਲ ਪਾਵਰ, ਇਮੀਗ੍ਰੇਸ਼ਨਸ, then banking and other financial institute, ਤੇ economic infrastructure in like transport, communication, power, immigration, banking, etc। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਹੈਲਪ ਕਰਦੀਆਂ ਨੇ ਸਾਡੀ ਕੰਟਰੀਜ਼ ਨੂੰ ਡਿਵੈਲਪ ਕਰਨ ਦੇ ਵਿੱਚ। ਨੈਕਸਟ ਹੈਗਾ, which of the belief of the transport, electrical powers and immigration as well as are the components of the economic infrastructure। ਤਾਂ ਤੁਸੀਂ ਇਹਦੇ ਬਾਰੇ ਦੱਸਣਾ ਵਾ ਵੀ ਕਿਸ ਤਰੀਕੇ ਨਾਲ ਇੱਕ ਟਰਾਂਸਪੋਰਟੇਸ਼ਨ, ਆਵਾਜਾਈ, ਜਿਹੜੀ ਸਾਡੇ ਬਿਜਲੀ ਸੰਚਾਰ ਜਾਂ ਸਿੰਜਾਈ, ਕਿਸ ਤਰੀਕੇ ਨਾਲ ਸਾਡੀ ਇਕਨੋਮਿਕ ਇਨਫਰਾਸਟਰਕਚਰ ਦੇ ਡਿਵੈਲਪ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ, ਉਹਦੇ ਬਾਰੇ ਦੱਸਣਾ ਵਾ। ਐਜ਼ ਦੀ ਕੰਪੋਨੈਂਟਸ ਆਫ ਦੀ ਇਕਨੋਮਿਕ ਇਨਫਰਾਸਟਰਕਚਰ, ਦੀ ਟਰਾਂਸਪੋਰਟ ਆਫ ਐਨ
countries means all the different modes of the transportation which are the used to carry the people and goods from one place to another place. These means including railway, roadways, ਹਾਈ ਏਅਰਵੇਜ਼ ਐਂਡ ਵਾਟਰ ਟਰਾਂਸਪੋਰਟਸ ਵੀ ਜਿਹੜੀਆਂ ਅਜਿਹੇ ਕੰਪੋਨੈਂਟਸ ਹੁੰਦੇ ਜਿਹੜੇ ਸਾਡੀ ਇਕੋਨਮੀ ਨੂੰ ਹੈਲਪ ਕਰਨ ਦੇ ਵਿੱਚ ਕਰਦੀਆਂ ਨੇ। ਉਹਦੇ ਵਿੱਚ ਜਿਹੜੇ ਇਨਫਰਾਸਟਰਕਚਰ ਦੇ ਵਿੱਚ ਆਉਂਦੇ ਆ ਜਿਵੇਂ ਟਰਾਂਸਪੋਰਟ ਹੋ ਗਈ, ਯੂਜ਼ ਕੀਤੇ ਜਾਂਦੇ ਇੱਕ ਬੱਸ ਨੂੰ ਦੂਜੀ ਜਗ੍ਹਾ ਤੱਕ ਲੈ ਕੇ ਜਾਣ ਦੇ ਵਿੱਚ ਇਹਨਾਂ ਦੇ ਮੀਨਸ ਜਿਹੜੇ ਹੁੰਦੇ ਆ ਉਹਦੇ ਵਿੱਚ ਕੀ ਆਉਂਦੇ ਆ, ਰੇਲਵੇਜ਼ ਆਉਂਦੀਆਂ ਨੇ, ਰੋਡਵੇਜ਼ ਆਉਂਦੀਆਂ ਨੇ, ਏਅਰਵੇਜ਼ ਆਉਂਦੇ ਆ, ਟਰਾਂਸਪੋਰਟ ਆਉਂਦੀਆਂ ਨੇ ਤਾਂ ਇਹ ਹੈਲਪ ਕਰਦੇ ਆ ਸਾਨੂੰ ਇਹ ਚੀਜ਼ਾਂ ਕਰਨ ਦੇ ਵਿੱਚ। ਨੈਕਸਟ ਹੈਗਾ ਐਜ਼ ਦੀ ਕੰਪੋਨੈਂਟਸ ਆਫ ਟੂ ਦੀ ਇਕਨੋਮਿਕ ਇਨਫਰਾਸਟਰਕਚਰ ਇਲੈਕਟ੍ਰੀਕਲ ਪਾਵਰਸ occurs by the sufficient place of the every ਕੰਟਰੀਜ਼ ਵੀ ਜਿਹੜੇ ਕੰਪੋਨੈਂਟਸ ਹੁੰਦੇ ਆ ਜਿਹੜੇ ਇਕਨੋਮਿਕ ਇਨਫਰਾਸਟਰਕਚਰ ਨੂੰ ਹੈਲਪ ਕਰਨ ਦੇ ਲਈ ਉਹ ਸਾਨੂੰ ਇੱਕ ਵਧੀਆ ਪਲੇਸ ਪ੍ਰੋਵਾਈਡ ਕਰਦੇ ਆ ਕੰਟਰੀ ਦੇ ਵਿੱਚ ਜਿਹਦੇ ਨਾਲ ਅਸੀਂ ਵਧੀਆ ਡਿਵੈਲਪ ਕਰ ਸਕਦੇ ਹਾਂ। ਨੈਕਸਟ ਹੈਗਾ ਵਾ ਦੀ ਕੁਆਂਟਮ ਆਫ ਟੂ ਦੀ ਇਲੈਕਟ੍ਰਿਸਿਟੀ ਕੰਜ਼ਿਊਮਡ ਬਾਈ ਦੀ country by giving the consider as the index of to the industrialization and electrical development। ਕਹਿੰਦੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਉਹ ਸਾਨੂੰ ਹੈਲਪ ਕਰਦੀਆਂ ਨੇ ਕਿਸ ਤਰੀਕੇ ਨਾਲ ਅਸੀਂ ਆਪਣੀ ਕੰਟਰੀ ਨੂੰ ਡਿਵੈਲਪ ਕਰ ਸਕਦੇ ਹਾਂ। ਇਹਦੇ ਵਿੱਚ ਹੈਗਾ ਕੁਆਂਟਮ ਆਫ ਦੀ ਇਲੈਕਟ੍ਰਿਸਿਟੀ ਦੀ ਜਿਹੜੀ ਪਾਵਰ ਹੁੰਦੀ ਆ ਉਹ ਤੇ ਕੰਜ਼ਿਊਮਡ ਕਰਦੀ ਹੈ ਇੰਡੈਕਸ ਨੂੰ ਤੇ ਇੰਡਸਟਰੀਲਾਈਜੇਸ਼ਨ ਨੂੰ ਤੇ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਹੈਲਪ ਕਰਦੀ ਹੈ। Next ਹੈਗਾ there are three main important resources of electricity in countries like thermal power, hydropower ਤੇ nuclear power ਤੇ proves to the independence per capita power consumption as per the law in India, but it was shown to the substantial rise after the independence। ਤਾਂ ਤਿੰਨ ਜਿਹੜੇ ਮੇਨ ਰਿਸੋਰਸ ਨੇ ਇੰਡੀਆ ਦੇ ਵਿੱਚ ਇਲੈਕਟ੍ਰਿਸਿਟੀ ਦੇ ਉਹ ਹੈਗਾ ਥਰਮਲ ਪਾਵਰ ਜਿਹਦੇ ਵਿੱਚ ਅਸੀਂ ਕੋਲੇ ਨਾਲ ਬਣਾਉਂਦੇ ਹਾਂ, ਫਿਰ ਹਾਈਡਰੋ ਪਾਵਰ ਜਿਹੜੇ ਕਿ ਭਾਫ ਜਾਂ ਇਹੋ ਜਿਹੀਆਂ ਚੀਜ਼ਾਂ ਤੋਂ ਬਣਦੀ ਆ, ਫਿਰ ਹੈਗੀ ਆ ਨਿਊਕਲੀਅਰ ਪਾਵਰ ਜਿਹਦੇ ਵਿੱਚ ਨਿਊਕਲੀਅਰ ਪਾਵਰਸ ਨੂੰ ਯੂਜ਼ ਕਰਕੇ ਕੀਤਾ ਜਾਂਦਾ। ਅਤੇ ਸਾਡੀ ਇੰਡੀਪੈਂਡੈਂਟ ਦੇ ਨਾਲ ਸਾਡੀ ਕੈਪੀਟਲ ਪਾਵਰ ਦੀ ਕੰਜ਼ੰਪਸ਼ਨ ਨੂੰ ਉਹ ਜਿਹੜੀ ਆ ਇੰਡੀਆ ਦੇ ਵਿੱਚ ਘਟਾ ਰਹੀ ਆ ਅਤੇ ਸਾਡੀ ਕੀ ਆ ਇੰਡੀਪੈਂਡੈਂਸ ਜਿਹੜੀ ਆ ਸਾਡੀ ਆਪ ਦੀ ਆਤਮ ਨਿਰਭਰਤਾ ਉਹਨੂੰ ਵਧਾ ਰਹੀ ਆ। ਨੈਕਸਟ ਹੈਗਾ ਐਜ਼ ਦੀ ਕੰਪੋਨੈਂਟਸ ਆਫ ਦੀ ਇਕਨੋਮਿਕ ਇਨਫਰਾਸਟਰਕਚਰ ਇਮੀਗ੍ਰੇਸ਼ਨਸ ਪਲੇਜ਼ ਦੀ ਵਰਚੁਅਲ ਰੋਲ ਆਫ ਟੂ ਦੀ ਡਿਵੈਲਪਮੈਂਟ ਪ੍ਰੋਸੈਸ ਆਫ ਦੀ ਐਵਰੀ ਕੰਟਰੀ। ਵੀ ਹੁਣ ਜਿਹੜਾ ਸਾਡੀ ਸਿੰਜਾਈ ਦੇ ਸਾਧਨ ਨੇ ਉਹ ਸਾਨੂੰ ਹੈਲਪ ਕਰਦੇ ਆ ਕਿਸ ਤਰੀਕੇ ਨਾਲ ਸਿੰਜਾਈ ਵਧੀਆ ਢੰਗ ਨਾਲ ਕੀਤੀ ਜਾਵੇ ਅਤੇ ਕਿਸ ਤਰੀਕੇ ਨਾਲ ਉਹ ਉਪਜਾਊ ਬਣਾਇਆ ਜਾ ਸਕਦਾ ਵਾ। ਨੈਕਸਟ ਹੈਗਾ ਵੀ ਐਗਰੀਕਲਚਰ ਵਾਟਰ ਰਿਕੁਆਇਰਡ ਟੂ ਮੈਟ ਦੀਆਂ ਟੂ ਵੇਜ਼ ਵੀ ਦੋ ਵੇ ਨਾਲ ਜਿਹੜੀ ਐਗਰੀਕਲਚਰ ਦੀ ਪਾਣੀ ਦੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕਦਾ। ਫਸਟ ਹੈਗਾ ਦੀਆਂ ਨੈਚੁਰਲ ਮੀਨਸ ਆਫ ਲਾਈਕ ਰੇਨਫਾਲ ਵੀ ਜਿਹੜਾ ਨੈਚੁਰਲ ਵੇ ਨੇ ਜਿਵੇਂ ਮੀਂਹ ਦਾ ਪੈਣਾ। ਫਿਰ ਹੈਗਾ ਥਰੂ ਟੂ ਦੀ ਪਰਮਾਨੈਂਟ ਮੀਨਸ ਆਫ ਟੂ ਦੀ ਇਮੀਗ੍ਰੇਸ਼ਨ ਲਾਈਕ ਵੈਲਸ ਵੀ ਜਿਹੜੇ ਹੁਣ ਸਾਡੇ ਕੋਲ ਪਰਮਾਨੈਂਟ ਰਿਸੋਰਸ ਨੇ ਜਿਵੇਂ ਖੂਹ, ਟਿਊਬਵੈਲਸ, ਪੌਂਡਸ ਅਤੇ ਨਦੀਆਂ। ਇਹਨਾਂ ਦੇ ਨਾਲ ਡਿਊ ਟੂ ਦੀ uncertainty of to the rainfall, unequal distribution of the rainfall and timing of to the rainfall, these are means of the immigrations of the agriculture possible becomes the more significant। ਕਹਿੰਦੇ ਵੀ ਸਾਡੇ ਕੀ ਆ ਸਾਨੂੰ ਇਹ ਨਹੀਂ ਪਤਾ ਵੀ ਮੀਂਹ ਕਿੰਨਾ ਪਊਗਾ ਅਤੇ ਕਿੱਥੇ ਕਿੰਨਾ ਜ਼ਿਆਦਾ ਪਊਗਾ, ਉਹਦੀ ਟਾਈਮਿੰਗ ਕੀ ਹੋਊਗੀ, ਤਾਂ ਕਰਕੇ ਜਿਹੜੀ ਐਗਰੀਕਲਚਰ ਦੇ ਲਈ ਵੀ ਇਹ ਵਾਟਰ ਜਾਂ ਸਿੰਜਾਈ ਬਹੁਤ ਜ਼ਿਆਦਾ ਜ਼ਰੂਰੀ ਰਿਸੋਰਸ ਬਣ ਚੁੱਕੀ ਆ। ਫੋਰਥ ਕੁਐਸਚਨ ਹੈਗਾ ਵਟ ਆਰ ਦੀਆਂ ਮੇਨ ਮੋਨੀਟਰੀ ਇੰਸਟੀਟਿਊਸ਼ਨ ਆਫ ਇੰਡੀਆ। ਇੰਡੀਆ ਦੇ ਵਿੱਚ ਪੈਸਾ ਦੇਣ ਵਾਲੀਆਂ ਕਿਹੜੀਆਂ ਮੇਨ ਇੰਸਟੀਟਿਊਟਸ ਨੇ। ਫਸਟ ਹੈਗਾ ਵਾ ਮਨੀ ਲੈਂਡਰ, ਦੈਨ ਹੈਗਾ ਵਾ ਰਿਜ਼ਰਵ ਬੈਂਕ ਆਫ ਇੰਡੀਆ, ਫਿਰ ਕਮਰਸ਼ੀਅਲ ਬੈਂਕਸ ਨੇ, ਫਿਰ ਸਪੈਸ਼ਲਾਈਜ਼ਡ ਬੈਂਕਿੰਗ ਇੰਸਟੀਟਿਊਸ਼ਨ ਹੈ ਲਾਈਕ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ, ਰੀਜਨਲ ਰੂਰਲ ਬੈਂਕਸ, ਦੈਨ ਹੈਗਾ ਐਕਸਪੋਰਟ ਇੰਪੋਰਟ ਬੈਂਕਸ ਜਿਹਨੂੰ ਐਗਜ਼ਿਮ ਬੈਂਕ ਵੀ ਕਿਹਾ ਜਾਂਦਾ, ਲੈਂਡ ਡਿਵੈਲਪਮੈਂਟ ਬੈਂਕਸ ਨੇ, ਕੋਆਪਰੇਟਿਵ ਬੈਂਕਸ ਨੇ ਅਤੇ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਨਾਬਾਰਡ। ਦੈਨ ਹੈਗਾ ਵਾ ਇੰਡਸਟਰੀਅਲ ਫਾਈਨੈਂਸ ਕਾਰਪੋਰੇਸ਼ਨ ਆਫ ਇੰਡੀਆ, ਦੈਨ ਨਾਨ ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਟਸ ਨੇ ਜਿਵੇਂ ਯੂਨਾਈਟਡ ਟਰਸਟ ਆਫ ਇੰਡੀਆ, ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਅਤੇ ਸਟਾਕ ਐਕਸਚੇਂਜ। ਇਹ ਨੇ ਜਿਹੜੇ ਕਿ ਮੇਨ ਜਿੱਥੋਂ ਤੋਂ ਸਾਨੂੰ ਕੰਟਰੀਜ਼ ਨੂੰ ਪੈਸਾ ਪ੍ਰੋਵਾਈਡ ਹੋ ਜਾਂਦਾ ਵਾ। ਦੈਨ ਹੈਗਾ ਫਿਫਥ ਕੁਐਸਚਨ ਵਟ ਡੂ ਯੂ ਮੀਨ ਬਾਈ ਦੀ ਕੰਜ਼ਿਊਮਰ ਐਕਸਪਲੋਇਟੇਸ਼ਨ ਵੀ ਕਿਸ ਤਰੀਕੇ ਨਾਲ ਜਿਹੜਾ ਕੰਜ਼ਿਊਮਰ ਆ ਉਹਦਾ ਸ਼ੋਸ਼ਣ ਕੀਤਾ ਜਾਂਦਾ ਉਹਦੇ ਬਾਰੇ ਦੱਸਣਾ ਵਾ। ਅਤੇ ਵਟ ਆਰ ਦੀਆਂ ਮੇਨ ਮੈਥਡ ਆਫ ਟੂ ਦੀ ਕੰਜ਼ਿਊਮਰ ਪ੍ਰੋਟੈਕਸ਼ਨ ਵੀ ਕਿਸ ਤਰੀਕੇ ਨਾਲ ਕੰਜ਼ਿਊਮਰ ਬਚਾਇਆ ਜਾਂਦਾ ਉਹਦੇ ਕਿਹੜੇ ਮੈਥਡ ਨੇ। ਨੈਕਸਟ ਹੈਗਾ ਵਾ consumer exploitations means to the exploitation of the consumer from to the unfair trade practices of the producer and consumer goods trading to the classes are putting all these out of efforts to exploit the consumers। They are to the mostly confused and unorganized persons in the modern Indian ਇਕੋਨਮੀ। ਕਹਿੰਦੇ ਵੀ ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਆ ਉਹਦੇ ਵਿੱਚ ਦੱਸਿਆ ਗਿਆ ਵੀ ਜਿਹੜੇ ਕੰਜ਼ਿਊਮਰਾਂ ਨੂੰ ਕਿਸ ਤਰੀਕੇ ਨਾਲ ਗੁੰਮਰਾਹ ਕੀਤਾ ਜਾਂਦਾ ਵਾ ਕੁਝ ਅਨਟ੍ਰੇਡ ਪ੍ਰੈਕਟਿਸਿਸ ਨੂੰ ਯੂਜ਼ ਕਰਕੇ ਅਤੇ ਕੰਜ਼ਿਊਮਰਾਂ ਨੂੰ ਘਟੀਆ ਕੁਆਲਿਟੀ ਦੀਆਂ ਗੁੱਡਸ ਦਿੱਤੀਆਂ ਜਾਂਦੀਆਂ ਨੇ। ਇਹਦੇ ਵਿੱਚ ਜਿਹੜਾ ਟਰੇਡਿੰਗ ਕਲਾਸ ਹੁੰਦੀ ਆ ਉਹ ਇੰਨੀਆਂ ਐਫਰਟਸ ਲਾਉਂਦੀ ਆ ਤਾਂ ਜੋ ਕੀ ਆ ਕੰਜ਼ਿਊਮਰ ਨੂੰ ਕਨਫਿਊਜ਼ ਕੀਤਾ ਜਾ ਸਕੇ ਅਤੇ ਉਹਨਾਂ ਨੂੰ ਜਿਹੜੀ ਮਾਡਰਨ ਇੰਡੀਅਨ ਇਕੋਨਮੀ ਆ ਉਹਦੇ ਵਿੱਚੋਂ ਬਾਹਰ ਰੱਖਿਆ ਜਾ ਸਕੇ। ਨੈਕਸਟ ਹੈਗਾ ਵਾ ਅਡਲਟੀਰੇਸ਼ਨਸ ਐਂਡ ਸਬਸਟੈਂਡਰਡ
packed goods, use of the non-standard weight or misleading fabricating advertisements are such activities are exploit the ਕੰਜ਼ਿਊਮਰ ਇਨ ਦੀ ਲਾਰਜ ਐਕਸਟੈਂਟ। ਇਹਦੇ ਵਿੱਚ ਦੱਸਿਆ ਗਿਆ ਵੀ ਕਿਸ ਤਰੀਕੇ ਨਾਲ ਉਹਨਾਂ ਨੂੰ ਉਲਝਾਇਆ ਜਾਂਦਾ, ਜਿਵੇਂ ਉਹਦੀ ਪੈਕਿੰਗ ਗਲਤ ਦੇ ਕੇ ਜਾਂ ਉਹਦੇ ਵਿੱਚ ਜਿਹੜਾ ਵੇਟ ਦਿੱਤਾ ਉਹਦੇ ਵੇਟ ਤੋਂ ਘੱਟ ਦੇ ਕੇ ਜਾਂ ਉਹਨਾਂ ਨੂੰ ਗਲਤ ਐਡਵਰਟਾਈਜ਼ਮੈਂਟ ਦੇ ਕੇ ਅਤੇ ਚੀਜ਼ ਕੋਈ ਹੋਰ ਦੇ ਦੇਣੀ। ਇਸ ਤਰੀਕੇ ਨਾਲ ਜਿਹੜਾ ਕੰਜ਼ਿਊਮਰ ਆ ਉਹਨੂੰ ਐਕਸਪਲੋਇਟ ਕੀਤਾ ਜਾਂਦਾ। ਇਹ ਸੀਗਾ ਅੱਜ ਦਾ ਸੈਸ਼ਨ ਜਿਹਦੇ ਵਿੱਚ ਅਸੀਂ ਕੁਐਸਚਨ ਆਨਸਰ ਡਿਸਕਸ ਕੀਤੇ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਜੇਕਰ ਪਸੰਦ ਆਇਆ ਤਾਂ ਮੇਰੇ ਚੈਨਲ ਨੂੰ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਮੇਰੇ ਚੈਨਲ ਦੇ ਨਾਲ ਜੁੜੋ ਅਤੇ ਮੇਰੇ ਚੈਨਲ ਨਾਲ ਜੁੜ ਕੇ ਵੱਧ ਤੋਂ ਵੱਧ ਨੌਲੇਜ ਨੂੰ ਜਿਹੜਾ ਪ੍ਰੋਵਾਈਡ ਕਰਨ ਦੀ ਜਾਂ ਨੌਲੇਜ ਗੇਨ ਕਰਨ ਦੀ ਕੋਸ਼ਿਸ਼ ਕਰੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।